ਵਿਰਸਾ ਲਾਈਵ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਸਮਾਂ ਐਸਾ ਆ ਗਿਆ ਹੈ ਕਿ ਸਾਨੂੰ ਸਭ ਪਾਸੇ ਤੋਂ ਬਚ ਕੇ ਰਹਿਣਾ ਪੈਣਾ ਹੈ, ਕਿਉਂਕਿ ਲੋਕ ਪਿੱਠ ਪਿੱਛੇ ਛੁਰਾ ਮਾਰਨ ਦੇ ਵਿੱਚ ਵਕਤ ਨਹੀਂ ਲਾਉਂਦੇ। ਮੂੰਹ ਤੇ ਜਿਹੜੀ ਦੁਨੀਆ ਮੀਆਂ ਮਿੱਠੂ ਬਣਦੀ ਹੈ, ਬਾਅਦ ਵਿੱਚ ਉਹੀ ਤੁਹਾਡੀ ਬਰਬਾਦੀ ਦਾ ਕਾਰਨ ਬਣਦੀ ਹੈ। ਅਜਿਹੇ ਸਮੇਂ ਵਿੱਚ ਸਾਨੂੰ ਪੋਲੀਟੀਕਲ ਪ੍ਰੋਪੋਗੰਡੇ ਨੂੰ ਸਮਝਣਾ ਪਵੇਗਾ ਤੇ ਆਪਣੇ ਹੱਕਾਂ ਪ੍ਰਤੀ ਜਾਣੂ ਹੋਣਾ ਪਵੇਗਾ। ਸਾਨੂੰ ਰੱਬ ਤੇ ਪੂਰਾ ਭਰੋਸਾ ਰੱਖਣਾ ਪਵੇਗਾ, ਕਿਉਂਕਿ ਸਰਕਾਰਾਂ ਸਿਰਫ ਆਪਣਾ ਫਾਇਦਾ ਸੋਚਦੀਆਂ ਨੇ ਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਕੰਮ ਕਰਦੀਆਂ ਨੇ। ਸਾਨੂੰ ਸਭ ਨੂੰ ਧਰਮਾਂ ਦੇ ਨਾਂ ਤੇ ਲੜਾਉਣਾ ਚਾਹੁੰਦੀਆਂ ਨੇ। ਅਜਿਹੇ ਸਮੇਂ ਵਿੱਚ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੀ ਇਕੱਠਾ ਕਰ ਸਕਦੀ ਹੈ। ਅਜਿਹਾ ਕਹਿਣਾ ਇੱਕ ਐਸੇ ਵਿਅਕਤੀ ਦਾ ਜਿਸ ਨੇ ਸਾਨੂੰ ਸਾਡੇ ਪੁਰਾਤਨ ਇਤਿਹਾਸ ਬਾਰੇ ਦੱਸ ਕੇ ਸਾਨੂੰ ਉਸ ਤੋਂ ਸੇਧ ਲੈ ਕੇ ਅੱਜ ਦੇ ਹਾਲਾਤਾਂ ਤੋਂ ਬਚ ਕੇ ਰਹਿਣ ਲਈ ਕਿਹਾ। ਆਪਣਾ 10,000 ਡੈਲੀਗੇਟ ਨਾਲ ਲੈ ਕੇ ਸਿਰਾਂ ਦੇ ਉੱਤੇ ਲਾਲ ਪਗੜੀਆਂ, 5 ਫੁੱਟ ਦੀ ਹੱਥ ਵਿੱਚ ਡਾਂਗ, ਖਾਕੀ ਨਿਕਰਾਂ, 10,000 ਬੰਦਾ ਪੈਦਲ ਲਾਹੌਰ ਪਹੁੰਚਿਆ ਔਰ 10,000 ਬੰਦਾ ਅੱਗੇ ਇਕੱਠਾ ਹੋਇਆ। ਜਦੋਂ ਸਾਈਮਨ ਕਮਿਸ਼ਨ ਆਇਆ, ਲਾਲਾ ਲਾਜਪਤ ਰਾਏ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਨਹੀਂ ਕੀਤਾ। ਬਾਬੂ ਮੰਗੂ ਰਾਮ ਦਾ ਡੈਲੀਗੇਟ ਸਾਈਮਨ ਕਮਿਸ਼ਨ ਨੂੰ ਨਾ ਮਿਲੇ, ਇਸ ਗੱਲ ਦਾ ਵਿਰੋਧ ਕੀਤਾ ਲਾਲਾ ਲਾਜਪਤ ਰਾਏ ਨੇ, ਆਰੀਆ ਸਮਾਜੀਆਂ ਨੇ, ਕਾਂਗਰਸ ਨੇ। ਜਿੱਥੇ ਕਹਿੰਦੇ ਉਹਦੇ ਡੰਗਾ ਪਈਆਂ, ਕਿਹਾ ਜਾਂਦਾ ਮਰ ਗਿਆ, ਕਿਹਾ ਜਾਂਦਾ ਕਿ ਭਗਤ ਸਿੰਘ ਨੇ ਜਿਹੜਾ ਸੀ ਸਾਂਡਰਸ ਨੂੰ ਗੋਲੀ ਮਾਰ ਦਿੱਤੀ। ਔਰ ਮੈਂ ਇਹ ਗੱਲ ਕਹਿਣਾ ਚਾਹਨਾ, ਸਰਦਾਰ ਕਪੂਰ ਸਿੰਘ ਜਿਹੜਾ ICS ਆਫੀਸਰ ਦਾ ਮੈਂਬਰ ਪਾਰਲੀਮੈਂਟ ਰਿਹਾ, ਜਿਹਨੇ ਅਨੰਦਪੁਰ ਦਾ ਮਤਾ ਲਿਖਿਆ, ਸਾਚੀ ਸਾਖੀ ਕਿਤਾਬ ਲਿਖੀ ਆ ਔਰ ਸਿੱਖ ਬਲਵਾਨ ਫਿਲੋਸਫਰ ਹੈ। ਔਰ ਉਹ ਇਨਸਾਨ ਆਪਣੀ ਕਿਤਾਬ 'ਚ ਲਿਖਦਾ ਕਿ 37 ਦਿਨਾਂ ਬਾਅਦ ਮਰਿਆ ਉਹ ਕੈਂਸਰ ਦੇ ਨਾਲ। ਕੰਜਰ ਉੱਥੇ ਨਹੀਂ ਮਰਿਆ ਡਾਂਗਾਂ ਦੇ ਨਾਲ। ਔਰ ਇਹ ਸਾਰਾ ਸਿਰੇ ਲੈਣ ਦੇ ਲਈ, ਇਹ ਸਿਰਫ ਆਪਣੇ ਸਿਰ ਦੇ ਉੱਤੇ ਆਜ਼ਾਦੀ ਦਾ ਤਾਜ ਰੱਖਣ ਦੇ ਲਈ ਇਹ ਜਿਹੜਾ ਇਤਿਹਾਸ ਹੈ ਉਹਨੂੰ ਰਲਗੜ ਕੀਤਾ ਗਿਆ। ਔਰ ਉਹ ਤੋਂ ਬਾਅਦ ਉਸੇ ਹੀ ਸਾਈਮਨ ਕਮਿਸ਼ਨ ਦੀ ਜਿਹੜੀ ਰਿਪੋਰਟ ਸੀ, ਔਰ ਮੈਂ ਗੱਲ ਵਿੱਚ ਥੋੜੀ ਜਿਹੜੀ ਗੱਲ ਰਹਿ ਗਈ ਕਿ 10,000 ਬੰਦਾ ਬਾਬੂ ਮੰਗੂ ਰਾਮ ਦੇ ਨਾਲ ਗਿਆ ਲਾਹੌਰ, 10,000 ਬੰਦਾ ਅੱਗੇ ਇਕੱਠਾ ਹੋਇਆ। ਔਰ ਮੈਂ ਪਰੇਸ਼ਾਨ ਹੋ ਗਿਆ ਜਦੋਂ ਮੈਂ ਆਪ ਧਰਮ ਮੰਡਲ ਦੀ ਰਿਪੋਰਟ ਪੜ੍ਹੀ ਕਿ ਜਿਹੜਾ 20,000 ਬੰਦਾ ਸੀ ਲਾਹੌਰ ਦੇ ਵਿੱਚ ਇਕੱਠਾ ਹੋਇਆ, ਉਹਨਾਂ ਨੇ 3 ਦਿਨ ਦੇ ਖਾਣੇ ਦਾ ਪ੍ਰਬੰਧ, ਉਹਨਾਂ ਨੇ 3 ਦਿਨ ਦੇ ਰਹਿਣ ਦਾ ਪ੍ਰਬੰਧ ਪਤਾ ਕਿਹਨਾਂ ਲੋਕਾਂ ਨੇ ਕੀਤਾ? ਜਿਹੜੇ ਲਾਹੌਰ ਦੇ ਇਰਦ ਗਿਰਦ ਜਿਹੜੇ ਭੱਠਿਆਂ ਦੇ ਉੱਤੇ ਕੰਮ ਕਰਦੇ ਸੀ, ਜਿਹੜੇ ਪਥੇਰੇ ਸੀ ਸਾਡੇ ਸਮਾਜ ਦੇ ਲੋਕ, ਉਹਨਾਂ ਨੇ 20,000 ਲੋਕਾਂ ਦੇ ਰੋਟੀ ਪਾਣੀ ਦਾ 3 ਦਿਨ ਦਾ ਰਹਿائش ਦਾ ਰੋਟੀ ਪਾਣੀ ਦਾ ਪ੍ਰਬੰਧ ਕੀਤਾ। ਕਦੇ ਕਿਹਾ ਕਿਸੇ ਨੇ, ਕਦੇ ਕਿਸੇ ਸ਼ਾਇਰ ਨੇ, ਕਿਸੇ ਵਿਦਵਾਨ ਨੇ ਇਹ ਗੱਲ ਕਹੀ ਆ ਕਿ ਜਦੋਂ ਕਿਸੇ ਕੌਮ ਜਾਂ ਕਿਸੇ ਦੇਸ਼ ਅੰਦਰ ਹਵਾ ਆਣ ਆਜ਼ਾਦੀ ਦੀ ਵਗਦੀ ਏ, ਉਸ ਕੌਮ ਦੇ ਦੇਸ਼ ਦੇ ਸੱਚਿਆਂ ਆਸ਼ਕਾਂ ਨੂੰ ਰਹਿੰਦੀ ਹੋਸ਼ ਨਾਲ ਸੀਸ ਤੇ ਪੱਗਦੀ ਏ। ਲੱਖਾਂ ਮੱਖੀਆਂ ਦੇ ਘਰ ਉੱਜੜ ਜਾਂਦੇ, ਬੱਤੀ ਤਾਂ ਇੱਕ ਮੋਮ ਦੀ ਜਗਦੀ ਏ। ਸਿਰਫ ਖੂਨ ਗਰੀਬਾਂ ਦਾ ਨੁੱਚੜ ਕੇ ਤੇ ਮਹਿੰਦੀ ਹੋਰਨਾਂ ਦੇ ਹੱਥਾਂ ਨੂੰ ਲੱਗਦੀ ਏ। ਉਹ ਜਿਹੜਾ 20,000 ਬੰਦੇ ਦਾ ਜਿਹੜਾ ਦਿਨ ਰਾਤ ਦਾ 3 ਦਿਨ ਦਾ ਰਾਸ਼ਨ ਦਾ ਪ੍ਰਬੰਧ ਕਰਨ ਵਾਲੇ, ਉਹਨਾਂ ਦੀ ਰਹਿائش ਦਾ ਪ੍ਰਬੰਧ ਕਰਨ ਵਾਲੇ, ਭੱਠਿਆਂ ਦੇ ਉੱਤੇ ਪਥੇਰੇ ਕੰਮ ਕਰਨ ਵਾਲੇ, ਉਹਨਾਂ ਲੋਕਾਂ ਨੂੰ ਕੀ ਮਿਲਿਆ? IAS ਕੌਣ ਬਣਿਆ? IPS ਕੌਣ ਬਣਿਆ? MLA ਕੌਣ ਬਣਿਆ? DC ਕੌਣ ਬਣੇ? ਤਹਿਸੀਲਦਾਰ ਕੌਣ ਬਣੇ? ਜੱਜ ਕੌਣ ਬਣੇ? ਵਕੀਲ ਕੌਣ ਬਣੇ? ਉਹਨਾਂ ਲੋਕਾਂ ਨੂੰ ਕੀ ਮਿਲਿਆ? ਔਰ ਮੈਂ ਸਮਝਦਾ ਕਿ ਜਿਹੜਾ ਇਹ ਬਹੁਜਨ ਸਮਾਜ ਹੈ, ਮੈਂ ਕੋਈ ਇਹ ਗੱਲ ਕੋਈ ਨਖੇਦੀ ਨਹੀਂ, ਮੈਂ ਕੋਈ ਗੱਲ ਜਿਹੜੀ ਆ ਇਹ ਕੋਈ ਮਨੋਂ ਦੂਸਰਾ ਲਾ ਕੇ ਨਹੀਂ, ਕਿਉਂਕਿ ਜਿਹੜੇ ਲੋਕ ਜਿਹੜੇ ਅਣਜਾਣ ਹੁੰਦੇ ਆ, ਜਿਹੜੇ ਗਿਆਨ ਤੋਂ ਵਾਂਝੇ ਹੁੰਦੇ ਆ, ਉਹੀ ਹਮੇਸ਼ਾ ਲੋਕ ਜਿਹੜੇ ਆ ਅਕਿਰਤਗਣ ਕਹਾਂਦੇ ਆ। ਅਸੀਂ ਕਿਰਤਗਣ ਲੋਕ ਹਾਂ। ਅਸੀਂ ਆਪਣੇ ਬਜ਼ੁਰਗਾਂ ਦੀ ਕੁਰਬਾਨੀ ਦਾ ਜਿਹੜਾ ਨਾ ਤਾਂ ਅਸੀਂ ਮੁੱਲ ਪਾਇਆ, ਨਾ ਅਸੀਂ ਉਹਨਾਂ ਦੀ ਕੁਰਬਾਨੀ ਦਾ ਸਨਮਾਨ ਕੀਤਾ। ਔਰ ਜਿਹੜੇ ਲੋਕ, ਕਬੀਰ ਸਾਹਿਬ ਕਹਿੰਦੇ, ਕਬੀਰਾ ਸੁਖੀਆ ਸਭ ਸੰਸਾਰ ਹੈ, ਖਾਵੇ ਔਰ ਸੋਏ, ਦੁਖੀਆ ਦਾਸ ਕਬੀਰ ਹੈ, ਜੋਗੇ ਔਰ ਰੋਏ। ਉਹ ਕਹਿੰਦਾ ਮੈਂ ਸਾਰੀ ਰਾਤ ਜਾਗਦਾ ਆ, ਮੈਂ ਸਾਰੀ ਰਾਤ ਰੋਂਦਾ ਆ। ਔਰ ਇਹ ਕਬੀਰ ਸਾਹਿਬ ਕਹਿ ਰਹੇ ਆ, ਜਿਨ੍ਹਾਂ ਲੋਕਾਂ ਨੇ ਸਾਡੀ ਕਿਸਮਤ ਨੂੰ, ਸਾਡੀ ਤਕਦੀਰ ਨੂੰ ਬਣਾਉਣ ਦੇ ਲਈ, ਜਿਨ੍ਹਾਂ ਲੋਕਾਂ ਨੇ ਦਿਨ ਰਾਤ ਕਾਲਨਾਮਾ ਕਾਲੀਆਂ, ਪਰਿਵਾਰ ਵਾਲੇ, ਬੱਚੇ ਬਾਰੇ ਆਪਣੀਆਂ ਜ਼ਿੰਦਗੀਆਂ ਲਗਾਈਆਂ, ਤੇ ਮਾਮੇ ਤਾਂ ਅਸੀਂ ਗੁਆਂਢੀਆਂ ਨੂੰ ਬਣਾਈ ਬੈਠੇ ਆ। ਤੇ ਫਿਰ ਅਸੀਂ ਆਜ਼ਾਦੀਆਂ ਭਾਲਦੇ ਆ।
क्योंकि अगर भगत सिंह ਨੂੰ ਫਾਂਸੀ क्यों ਹੋਈ? ਭਗਤ ਸਿੰਘ ਨੂੰ ਫਾਂਸੀ ਕਿਉਂ ਹੋਈ? ਜਦੋਂ ਲਾਰਡ ਵੇਵਲ ਦੇ ਨਾਲ ਗਾਂਧੀ ਦਾ ਸਮਝੌਤਾ ਹੋਇਆ 1931 ਦੇ ਅੰਦਰ, ਉਸ ਸਮਝੌਤੇ ਤੋਂ ਬਾਅਦ ਲਾਰਡ ਵੇਵਲ ਨੇ ਉਹਨਾਂ ਨੇ ਆਪ ਆਪਣੇ ਲਫ਼ਜ਼ਾਂ ਵਿੱਚ ਕਿਹਾ ਕਿ ਅਸੀਂ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਛੱਡ ਸਕਦੇ ਸੀ। ਉਹ ਕਹਿੰਦਾ ਗਾਂਧੀ ਨੇ ਸਾਡੇ ਨਾਲ ਟੇਬਲ ਦੇ ਉੱਤੇ ਉਹਦੇ ਨਾਲ ਦੇ ਸੰਬੰਧ ਵਿੱਚ ਗੱਲ ਹੀ ਕੋਈ ਨਹੀਂ ਕੀਤੀ, ਕਿਉਂਕਿ ਗਾਂਧੀ ਨੇ ਤਾਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਸੀ ਕਿ ਛੋਕਰੇ ਜਿਹੜੇ ਆ ਇਹ ਮਰਦੇ ਚੰਗੇ ਆ। ਕਿਉਂਕਿ ਭਗਤ ਸਿੰਘ ਦਾ ਮੌਤ ਦਾ ਕਾਰਨ ਕੀ ਬਣਿਆ? ਜਿਹੜਾ ਭਗਤ ਸਿੰਘ ਨੇ 1927 ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਵਿਚਾਰ ਦਿੱਤਾ, ਛੂਤ ਦੇ ਉੱਤੇ ਆਪਣਾ ਵਿਚਾਰ ਦਿੱਤਾ, ਪੜ੍ਹ ਕੇ ਦੇਖੋ ਜਿਹੜਾ ਭਗਤ ਸਿੰਘ ਨੇ ਵਿਚਾਰ ਦਿੱਤਾ। ਬ੍ਰਾਹਮਣਵਾਦੀਆਂ ਨੇ, ਗਾਂਧੀ ਨੇ, ਕਾਂਗਰਸ ਨੇ ਸੋਚਿਆ ਕਿ ਜੇ ਭਗਤ ਸਿੰਘ ਬਚ ਗਿਆ ਤਾਂ ਜੇ ਕਿਤੇ ਡਾਕਟਰ ਅੰਬੇਡਕਰ ਸਾਹਿਬ ਦੇ ਨਾਲ ਇਹਦਾ ਮੇਲ ਹੋ ਗਿਆ, ਮਿਲਾਪ ਹੋ ਗਿਆ, ਤਾਂ ਇਸ ਦੇਸ਼ ਦੇ ਅੰਦਰ ਇਸ ਕ੍ਰਾਂਤੀ ਨੂੰ ਕੋਈ ਵੀ ਦੁਨੀਆ ਦੀ ਤਾਕਤ ਜਿਹੜੀ ਆ ਉਹ ਨਹੀਂ ਰੋਕ ਸਕਦੀ। ਔਰ ਇਹ ਖਤਰਾ ਮਹਿਸੂਸ ਕੀਤਾ ਇਹਨਾਂ ਲੋਕਾਂ ਨੇ, ਜਿਹਦੇ ਕਰਕੇ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਇਸ ਦੇਸ਼ ਦੇ ਵਿੱਚ ਫਾਂਸੀ ਤੇ ਲਟਕਾ ਦਿੱਤਾ ਗਿਆ। 1929 ਦੇ ਅੰਦਰ, 29 ਤੋਂ ਪਹਿਲਾਂ RSS ਨੇ, ਕਾਂਗਰਸ ਦੇ ਜਿਹੜੇ ਲੁੱਚੇ ਬੰਦੇ ਸੀ, ਚੰਡਾਲ ਚੌਂਕੜੀ ਸੀ, ਇਹਨਾਂ ਨੇ ਜਾ ਕੇ ਅੰਗਰੇਜ਼ਾਂ ਨੂੰ ਮਿਲੇ, ਅੰਗਰੇਜ਼ਾਂ ਨੂੰ ਕਿਹਾ ਕਿ ਤੁਸੀਂ ਸਾਡੇ ਦੇਸ਼ ਦੇ ਉੱਤੇ ਭਾਵੇਂ 1000 ਸਾਲ ਰਾਜ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ। ਉਹਨਾਂ ਨੂੰ ਕਹਿੰਦੇ ਕਿ ਤੁਸੀਂ ਰਾਜ ਕਰੋ, ਐਡਮਿਨਿਸਟ੍ਰੇਸ਼ਨ ਸਾਨੂੰ ਦਿਓ, ਪਰ ਜਿਹੜਾ ਇਹ ਥੱਲੇ 85% ਸਮਾਜ ਹੈ, ਇਹਨਾਂ ਦੀ ਗੱਲ, ਇਹਨਾਂ ਦਾ ਕਾਨੂੰਨ ਕੋਈ ਹੱਕ ਨਹੀਂ ਮਿਲਣਾ ਚਾਹੀਦਾ, ਇਹਨਾਂ ਦੀ ਭਲਾਈ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਅੰਗਰੇਜ਼ਾਂ ਨੇ ਇਹਨਾਂ ਦੀ ਪ੍ਰਪੋਜ਼ਲ ਨੂੰ ਠਕਰਾਇਆ ਇਹਨਾਂ ਦੀ ਪ੍ਰਪੋਜ਼ਲ ਨੂੰ ਕਿ ਅਸੀਂ ਤੁਹਾਡੀ ਰਾਏ ਨਾਲ ਸਹਿਮਤ ਨਹੀਂ ਹੈ। ਉਹ ਅਸੀਂ ਸੋਚਾਂਗੇ ਕੀ ਕਰਨਾ, ਸੀ ਹੁਕਮਰਾਨ ਹੈ, ਉਹ ਅਸੀਂ ਸੋਚਾਂਗੇ ਅਸੀਂ ਕੀ ਕਰਨਾ, ਕਿਹਨੂੰ ਹੱਕ ਦੇਣਾ, ਕਿਹਨੂੰ ਨਹੀਂ ਦੇਣਾ। ਅੰਗਰੇਜ਼ਾਂ ਨੇ ਇਸ ਗੱਲ ਨੂੰ ਨਹੀਂ ਮੰਨਿਆ। ਤਾਂ 1929 ਦੇ ਕਾਂਗਰਸ ਦੇ ਇਜਲਾਸ ਦੇ ਵਿੱਚ ਰਾਵੀ ਦੇ ਕੰਢੇ ਦੇ ਉੱਤੇ ਜਿਹੜਾ ਕਾਂਗਰਸ ਨੇ ਇਜਲਾਸ ਕੀਤਾ, ਜਿਹਦੇ ਵਿੱਚ ਇਹਨਾਂ ਨੇ ਪੂਰਨ ਸਵਰਾਜ ਦੀ ਮੰਗ ਕੀਤੀ ਆ। ਜਦੋਂ ਅੰਗਰੇਜ਼ਾਂ ਨੇ ਇਹਨਾਂ ਦੀ ਪ੍ਰਪੋਜ਼ਲ ਨੂੰ ਨਹੀਂ ਮੰਨਿਆ ਕਿ ਅਸੀਂ ਆਪਣੀ ਮਰਜ਼ੀ ਕਰਾਂਗੇ, ਅਸੀਂ ਸਭ ਨੂੰ ਹੱਕ ਦੇਵਾਂਗੇ, ਸਭ ਨੂੰ ਅਸੀਂ ਸਨਮਾਨ ਦੇਵਾਂਗੇ, ਤਾਂ ਇਹਨਾਂ ਨੇ ਇਕੱਠੇ ਹੋ ਕੇ ਕਾਂਗਰਸ ਨੇ ਜਿਹੜਾ ਇਜਲਾਸ 1929 ਦੇ ਵਿੱਚ ਰਾਵੀ ਦੇ ਕੰਢੇ ਦੇ ਉੱਤੇ ਝੰਡਾ ਚਲਾਇਆ ਇਹਨਾਂ ਨੇ, ਔਰ ਪੂਰਨ ਸਵਰਾਜ ਦੀ ਮੰਗ ਕੀਤੀ, ਗੱਲ ਕਹੀ। ਔਰ 1947 ਦੇ ਵਿੱਚ ਪਾਕਿਸਤਾਨ ਬਣਦਾ ਤੇ 1929 ਦੇ ਵਿੱਚ ਰਾਵੀ ਦੇ ਕੰਢੇ ਦੇ ਉੱਤੇ ਉਹ ਝੰਡਾ ਲਹਿਰਾਇਆ ਗਿਆ, ਜਿੱਥੇ ਤੱਕ ਭਾਰਤ ਦੀ ਹੱਦ ਔਰ ਪਾਕਿਸਤਾਨ ਦੀ ਹੱਦ ਜਿਹੜੀ ਹੋਣੀ ਸੀ। ਔਰ ਇਹ 1938 ਤੋਂ ਪਹਿਲੇ ਤੈਅ ਸੀ ਕਿ ਇਹ ਪਾਕਿਸਤਾਨ ਹੋਏਗਾ, ਇੱਥੇ ਤੱਕ ਪਾਕਿਸਤਾਨ ਹੋਏਗਾ, ਰਾਵੀ ਦੇ ਕੰਢੇ ਤੱਕ, ਇੱਧਰ ਭਾਰਤ ਹੋਏਗਾ ਤੇ ਉੱਧਰ ਪਾਕਿਸਤਾਨ ਹੋਏਗਾ। ਇਹ 1929 ਤੋਂ ਪਹਿਲਾਂ ਦੀ ਪਲੈਨਿੰਗ ਬਣ ਚੁੱਕੀ ਸੀ। ਸੋ ਇਸ ਕਰਕੇ 1923 ਦੇ ਵਿੱਚ ਜਰਮਨ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਸਟਾਲਿਨ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ। ਜਦੋਂ ਉਹਨਾਂ ਦੀ ਗੱਲਬਾਤ ਹੋਈ, ਸਟਾਲਿਨ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਕਿਹਾ ਕਿ ਡਾਕਟਰ ਅੰਬੇਡਕਰ ਸਾਹਿਬ, ਹੁਣ ਤਾਂ ਤੁਹਾਨੂੰ ਚਿੰਤਾ ਛੱਡ ਦੇਣੀ ਚਾਹੀਦੀ ਆ, ਹੁਣ ਤਾਂ ਤੁਹਾਡੇ ਦੇਸ਼ ਦੇ ਵਿੱਚ ਮਾਰਕਸਿਜ਼ਮ ਚਲਾ ਗਿਆ, ਹੁਣ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਹੁਣ ਤਾਂ ਤੁਹਾਡੇ ਦੇਸ਼ ਦੇ ਵਿੱਚ ਇਨਕਲਾਬ ਹੋਇਆ ਕਿ ਹੋਇਆ, ਹੁਣ ਤਾਂ ਕੋਈ ਪ੍ਰੋਬਲਮ ਨਹੀਂ ਹੈ। ਤੇ ਬਾਬਾ ਸਾਹਿਬ ਅੰਬੇਡਕਰ ਨੇ ਸਟਾਲਿਨ ਨੂੰ ਪੁੱਛਿਆ, ਵੇ ਬਈਓ, ਕਮਿਊਨਿਜ਼ਮ, ਮਾਰਕਸਵਾਦ ਕਿਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਹੈ? ਉਹ ਕਹਿੰਦੇ ਜੀ ਉਹ ਜਿਹੜੇ ਨਬੂੰਦਰੀਪਾਦ ਬਾਹਮਣ, PC ਜੋਸ਼ੀ, ਡਾਂਗੇ, ਪੰਡਤ, ਉਹਨਾਂ ਦੇ ਕੋਲ। ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਟਾਲਿਨ ਨੂੰ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਹੱਥਾਂ ਦੇ ਵਿੱਚ ਤੁਸੀਂ ਮਾਰਕਸਵਾਦ ਦਿੱਤਾ ਨਾ, ਕਮਿਊਨਿਜ਼ਮ, ਉਹਨਾਂ ਨੇ ਧਾਰਮਿਕ ਗ੍ਰੰਥ ਪਤਾ ਕੀ ਕਹਿੰਦੇ ਆ? ਕਿ ਜਿਹੜਾ ਸ਼ੂਦਰ ਹੈ ਉਹ ਬ੍ਰਾਹਮਣ ਤੋਂ 75-70 ਗਜ ਦੂਰ ਰਹਿ ਕੇ ਗੱਲ ਕਰੇਗਾ। ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਟਾਲਿਨ ਨੂੰ ਇਹ ਗੱਲ ਦੱਸੀ ਤਾਂ ਸਟਾਲਿਨ ਨੇ ਮੱਥੇ ਤੇ ਹੱਥ ਮਾਰਿਆ, ਇਹਦਾ ਸਾਡਾ ਗਲਤ ਹੋ ਗਿਆ ਬਈ, ਇਹ ਤਾਂ ਕੰਮ ਤਾਂ ਰੌਂਗ ਹੋ ਗਿਆ। ਕਿਉਂਕਿ 1925 ਦੇ ਵਿੱਚ RSS ਬਣੀ,
1925 ਦੇ ਵਿੱਚ ਬੱਬਰ ਅਕਾਲੀ ਲਹਿਰ ਬਣੀ। 1925 ਦੇ ਵਿੱਚ ਪੰਜਾਬ ਦੇ ਵਿੱਚ ਆਰੀਆ ਸਮਾਜ ਆਇਆ। 1925 ਦੇ ਵਿੱਚ ਆ ਤਲਮੰਡਲ ਦੀ ਮੂਵਮੈਂਟ ਬਣੀ। 1925 ਦੇ ਵਿੱਚ ਕਮਿਊਨਿਸਟ ਪਾਰਟੀ ਬਣੀ ਔਰ 1925 ਦੇ ਵਿੱਚ ਇੱਕ ਕਮਿਊਨਿਸਟ ਪਾਰਟੀ ਆ ਨਾਲ ਗੁਆਂਢੀ ਰਾਜ ਦੇ ਵਿੱਚ ਬਣਦੀ ਆ ਚਾਈਨਾ ਦੇ ਵਿੱਚ। ਉੱਥੇ 1949 ਦੇ ਵਿੱਚ ਇਨਕਲਾਬ ਹੋ ਗਿਆ। ਲੇਕਿਨ ਸਾਡੇ ਦੇਸ਼ ਦੇ ਲੋਕਾਂ ਨੂੰ ਅੱਜ ਤੱਕ ਨਹੀਂ ਪਤਾ ਕਿ ਇਨਕਲਾਬ ਕਿਹੜੀ ਹੱਡੀ ਤੋਂ ਮਿਲਦਾ ਆ, ਕਾਹਦੇ ਨਾਲ ਖਾਈਦਾ ਆ, ਇਨਕਲਾਬ ਹੁੰਦਾ ਕੀ ਆ। ਕਿਉਂਕਿ ਜਿਹੜਾ ਬ੍ਰਾਹਮਣਵਾਦ ਨੇ ਇਸ ਦੇਸ਼ ਵਿੱਚ ਕਮਿਊਨਿਜ਼ਮ ਲਿਆਂਦਾ, ਪੜ੍ਹ ਕੇ ਦੇਖੋ। ਜਿਹੜਾ MS ਗੋਲਵਾਲਕਰ ਹੈ, ਜਿਹਨੂੰ ਗੁਰੂ ਜੀ ਕਹਿੰਦੇ ਆ, ਜਿਹੜਾ RSS ਦਾ ਦੂਜਾ ਪ੍ਰਧਾਨ ਹੈ, ਉਹ ਹਮ ਔਰ ਹਮਾਰਾ ਰਾਸ਼ਟਰਵਾਦ ਕਿਤਾਬ ਦੇ ਵਿੱਚ ਲਿਖਦਾ ਕਿ ਸਾਡਾ ਸਭ ਤੋਂ ਵੱਡਾ ਜਿਹੜਾ ਦੁਸ਼ਮਣ ਹੈ ਉਹ ਇਸ ਦੇਸ਼ ਦੇ ਕਮਿਊਨਿਸਟ ਹੈ, ਮੁਸਲਮਾਨ ਹੈ, ਸਿੱਖ ਹੈ। ਕਮਿਊਨਿਜ਼ਮ ਕਿਉਂ ਲਿਆਂਦਾ ਗਿਆ ਇੰਡੀਆ ਵਿੱਚ? ਮਾਰਕਸਵਾਦ ਕਿਉਂ ਲਿਆਂਦਾ ਗਿਆ? ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਸਮਾਜਿਕ ਪਰਿਵਰਤਨ ਦੀ ਮੂਵਮੈਂਟ ਨੂੰ ਰੋਕਣ ਦੇ ਲਈ ਇਸ ਦੇਸ਼ ਦੇ ਅੰਦਰ ਕਮਿਊਨਿਜ਼ਮ ਲਿਆਂਦਾ ਗਿਆ। ਆਰਥਿਕਤਾ ਦੀ ਗੱਲ ਕੀਤੀ ਗਈ, ਸੋਸ਼ਲ ਦੂਸਰੇ ਨੂੰ ਛੱਡ ਕੇ, ਕਨਸੈਪਟ ਨੂੰ ਛੱਡ ਕੇ, ਔਰ ਇਸ ਦੇਸ਼ ਦੇ ਅੰਦਰ ਇਕਨੋਮਿਕ ਬੇਸ ਦੀ ਗੱਲ, ਇਕਨੋਮਿਕ ਤੌਰ ਤੇ ਬਰਾਬਰਤਾ ਦੀ ਗੱਲ ਇਸ ਦੇਸ਼ ਦੇ ਅੰਦਰ ਕੀਤੀ ਗਈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਕਾਊਂਟਰ ਕਰਨ ਦੇ ਲਈ ਇਸ ਦੇਸ਼ ਦੇ ਅੰਦਰ ਕਮਿਊਨਿਜ਼ਮ ਲਿਆਂਦਾ ਗਿਆ, ਕਮਿਊਨਿਸਟ ਪਾਰਟੀ ਬਣਾਈ ਗਈ। ਲੇਕਿਨ ਅੱਜ ਤੱਕ ਪੱਛਮੀ ਬੰਗਾਲ ਦੇ ਅੰਦਰ ਜਿੱਥੇ 35 ਸਾਲ ਲਗਾਤਾਰ ਰਾਜ ਰਿਹਾ ਕਮਿਊਨਿਸਟ ਪਾਰਟੀ ਦਾ, ਅੱਜ ਵੀ ਜਾ ਕੇ ਦੇਖੋ ਲੋਕਾਂ ਦੀ ਜਿਹੜੀ ਹਾਲਤ ਹੈ, ਚੌਲਾਂ ਦੇ ਉੱਪਰ ਉਹਨਾਂ ਲੋਕਾਂ ਨੂੰ ਦਾਲ ਪਾ ਕੇ ਖਾਣ ਨੂੰ ਨਸੀਬ ਨਹੀਂ ਹੁੰਦਾ ਔਰ ਚੌਲਾਂ ਦੇ ਉੱਪਰ ਜਿਹੜੇ ਉਹ ਕੀੜੇ ਮਕੌੜੇ ਕੱਢਦੇ ਆ, ਜਿਹਨਾਂ ਨੂੰ ਆਪਾਂ ਕਹਿੰਦੇ ਆ, ਉਹ ਚੁਣ ਕੇ ਚੁੱਕ ਕੇ ਉਹਨਾਂ ਨੂੰ ਭੁੰਨ ਕੇ ਜਿਹੜਾ ਚਾਵਲਾਂ ਦੇ ਉੱਤੇ ਖਾ ਕੇ ਖਾਂਦੇ ਆ, ਜਿੱਥੇ 35 ਸਾਲ ਇਹਨਾਂ ਲੋਕਾਂ ਦਾ ਰਾਜ ਰਿਹਾ। ਸੋ ਇਸ ਕਰਕੇ ਇਸ ਦੇਸ਼ ਦੇ ਅੰਦਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਿਹੜੀਆਂ 3 ਗੋਲਮੇਜ ਕਾਨਫਰੰਸਾਂ ਜਿਹੜੀਆਂ ਲੰਡਨ ਦੇ ਵਿੱਚ ਹੋਈਆਂ, ਪਹਿਲੀ ਗੋਲਮੇਜ ਕਾਨਫਰੰਸ ਦਾ ਗਾਂਧੀ ਨੇ, ਕਾਂਗਰਸ ਨੇ, ਕਮਿਊਨਿਸਟਾਂ ਨੇ, ਸਾਰਿਆਂ ਨੇ ਵਿਰੋਧ ਕੀਤਾ। ਬਾਬਾ ਸਾਹਿਬ ਡਾਕਟਰ ਅੰਬੇਡਕਰ ਉਸ ਗੋਲਮੇਜ ਕਾਨਫਰੰਸ। ਤੁਸੀਂ ਇਸ ਵਿਅਕਤੀ ਦੀਆਂ ਗੱਲਾਂ ਤੋਂ ਕਿੰਨੇ ਕੁ ਸਹਿਮਤ ਹੋ? ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਦੇਖਦੇ ਰਹੋ ਵਿਰਸਾ ਲਾਈਵ।